ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ। ਆਪ ਜੀ ਨੇ ਅਖੰਡ ਪਾਠ ਕੱਲਿਆਂ ਨੇ ਕੀਤਾ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਨੋਹਰ ਆਵਾਜ਼ ਦੀ ਧੁਨੀ ਬ੍ਰਹਮੰਡ ਵਿੱਚ ਫੈਲ ਗਈ। ਸੰਗਤ ਅਸਚਰਜਤਾ ਨਾਲ ਵਾਹ ਵਾਹ ਕਰ ਉੱਠੀ। ਜਪਜੀ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ ਅਤੇ ਸ਼੍ਰੀ ਸੰਤ ਜੀ ਮਹਾਰਾਜ ਲਗਾਤਾਰ ਪਾਠ ਕਰਦੇ ਰਹੇ। ਗ੍ਰੰਥੀਆਂ ਨੇ ਇੱਕ ਦੋ ਵਾਰ ਪਾਠ ਲੈਣ ਦਾ ਯਤਨ ਕੀਤਾ, ਪਰ ਆਪ ਜੀ ਨੇ ਪਾਠ ਜਾਰੀ ਰੱਖਿਆ। ਆਪ ਜੀ ਦੀ ਮਨੋਹਰ ਮਿੱਠੀ ਆਵਾਜ਼ ਸਾਰੇ ਪਿੰਡ ਦੀ ਸੰਗਤ ਵਿੱਚ ਸੁਭਾਵਿਕ ਹੀ ਸੁਣ ਰਹੀ ਸੀ। ਅੰਤ ਸੰਤ ਰਾਮ ਸਿੰਘ ਜੀ ਦੀ ਪ੍ਰਾਰਥਨਾ ਤੇ 6 ਵਜੇ ਸ਼ਾਮ ਨੂੰ ਪਾਠ ਤੋਂ ਉੱਠੇ, ਜਲ ਪਾਣੀ ਛਕ ਕੇ ਫਿਰ ਪਾਠ ਕਰਨ ਲਈ ਬੈਠ ਗਏ। ਰਾਤ ਨੂੰ ਪਿੰਡ ਦੀ ਸੰਗਤ ਨਾਲ ਸਾਰਾ ਗੁਰਦੁਆਰਾ ਭਰ ਗਿਆ ਤੇ ਸਾਰੀ ਰਾਤ ਪਾਠ ਜਾਰੀ ਰਿਹਾ। ਆਪ ਜੀ ਕੋਲ ਛੈਣੇ ਰੱਖ ਦਿੱਤੇ ਗਏ ਕਿ ਜਦੋਂ ਉੱਠਣਾ ਚਾਹੁਣ ਤਾਂ ਵਜਾ ਦੇਣ। ਅੰਮ੍ਰਿਤ ਵੇਲੇ 4 ਵਜੇ ਉੱਠੇ, ਮੈਦਾਨ ਦਿਸ਼ਾ ਹੋ ਕੇ ਇਸ਼ਨਾਨ ਕਰਕੇ ਫਿਰ ਪਾਠ ਤੇ ਬੈਠ ਗਏ ਤੇ ਆਵਾਜ਼ ਵਿੱਚ ਕੋਈ ਥਕਾਵਟ ਨਹੀਂ ਸੀ। ਸਾਰਾ ਦਿਨ ਪਾਠ ਕਰਦੇ ਹੋਏ ਦੂਸਰੀ ਰਾਤ ਵੀ ਸ਼ਾਮ ਨੂੰ 6 ਵਜੇ ਉੱਠੇ, ਜਲ ਪਾਣੀ ਛਕ ਕੇ ਭ੍ਰਮਣ ਕਰਕੇ ਇਸ਼ਨਾਨ ਕਰਨ ਉਪਰੰਤ ਫਿਰ ਪਾਠ ਕਰਨ ਲੱਗ ਪਏ ਤੇ ਸਮਾਪਤੀ ਤੱਕ ਪਾਠ ਕਰਦੇ ਰਹੇ। ਪਾਠ ਦਾ ਭੋਗ ਤਾਂ ਅੰਮ੍ਰਿਤ ਵੇਲੇ 4 ਵਜੇ ਹੀ ਪੈ ਜਾਣਾ ਸੀ, ਪਰ ਭਾਈ ਵਜੀਦ ਸਿੰਘ ਤਥਾ ਮਾਈ ਭਾਗਪੁਰੀ ਦੀ ਪ੍ਰਾਰਥਨਾ ਦੇ ਭੋਗ ਦਿਨ ਚੜੇ ਪਿਆ। ਅਰਦਾਸ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ। ਸ਼੍ਰੀ ਸੰਤ ਜੀ ਮਹਾਰਾਜ ਦੀ ਕੀਰਤੀ ਦੂਰ ਦੂਰ ਤੱਕ ਫੈਲ ਗਈ। ਦੂਰ ਦੂਰ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਸਮਰਪਣ ਕਰਨ ਲੱਗੀਆਂ। ਆਪ ਜੀ ਸਭ ਪਦਾਰਥ ਫਲ ਆਦਿ ਤੁਰੰਤ ਹੀ ਵੰਡ ਦਿੰਦੇ। ਸੰਤ ਰਾਮ ਸਿੰਘ ਜੀ ਥਮਾਲੀ ਨੂੰ ਚਲੇ ਗਏ ਤੇ ਸੰਤ ਜੀ ਮਹਾਰਾਜ ਪਿੰਡ ਕਨੋਹੇ ਹੀ ਠਹਿਰ ਗਏ। 40 ਦਿਨ ਦਾ ਸਿਮਰਨ। ਯੱਗ ਦੀ ਸਮਾਪਤੀ ਤੋਂ ਮਗਰੋਂ ਆਪ ਜੀ ਨੇ ਖੁਰਾਕ ਘਟਾਉਣੀ ਆਰੰਭ ਕਰ ਦਿੱਤੀ। ਇੱਕ ਰਾਤ ਕੇਵਲ ਇੱਕੋ ਗ੍ਰਾਹੀ ਅੰਨ ਛਕਿਆ। ਦੂਸਰੇ ਦਿਨ ਭਾਈ ਵਜੀਦ ਸਿੰਘ ਪ੍ਰਸ਼ਾਦਾ ਲੈ ਕੇ ਆਇਆ ਤਾਂ ਕੁਟੀਆ ਦਾ ਦਰਵਾਜ਼ਾ ਬੰਦ ਸੀ। ਬਹੁਤ ਸਮਾਂ ਉਡੀਕ ਵਿੱਚ ਬੈਠਾ ਰਿਹਾ, ਅੰਤ ਨਿਰਾਸ਼ ਹੋ ਕੇ ਘਰ ਨੂੰ ਚਲਾ ਗਿਆ। ਇਸੇ ਤਰ੍ਹਾਂ ਇਹ ਦੰਪਤੀ ਪ੍ਰਸ਼ਾਦ ਲੈ ਕੇ ਸੁਬਾਹ ਸ਼ਾਮ ਆਉਂਦੇ, ਕਾਫੀ ਸਮਾਂ ਕੁਟੀਆ ਕੋਲ ਬੈਠ ਕੇ ਪਰਿਕਰਮਾ ਕਰਕੇ ਚਲੇ ਜਾਂਦੇ। ਇਸ ਤਰ੍ਹਾਂ ਇਹ ਕ੍ਰਮ 40 ਦਿਨ ਤੱਕ ਚੱਲਦਾ ਰਿਹਾ। 41ਵੇਂ ਦਿਨ ਕੁਟੀਆ ਦਾ ਦਰਵਾਜ਼ਾ ਖੁੱਲ੍ਹ ਗਿਆ। ਆਪ ਜੀ ਅੰਦਰ ਬੈਠੇ ਸਨ। ਭਾਈ ਵਜੀਦ ਸਿੰਘ ਤਥਾ ਭਾਈ ਭਾਗਪੁਰੀ ਦਰਸ਼ਨ ਕਰਕੇ ਪਰਮ ਪ੍ਰਸੰਨ ਹੋਏ, ਨਮਸਕਾਰ ਕਰਕੇ ਚਰਨਾਂ ਵਿੱਚ ਬੈਠ ਗਏ। ਸ਼੍ਰੀ ਸੰਤ ਜੀ ਮਹਾਰਾਜ ਦਾ ਸਰੀਰ ਅਤੀ ਕਮਜ਼ੋਰ ਹੋ ਗਿਆ ਸੀ, ਪਰ ਮੁਖ ਦੀ ਕਾਂਤੀ ਅਲੌਕਿਕ ਸੀ। ਆਪ ਜੀ ਨੂੰ ਵਿਧੀ ਪੂਰਵਕ ਕੁਟੀਆ ਤੋਂ ਬਾਹਰ ਲਿਆ ਕੇ ਤਖਤ ਪੋਸ਼ 'ਤੇ ਬਿਠਾਇਆ ਗਿਆ। ਘਿਓ ਗਰਮ ਕਰਕੇ ਸਾਰੇ ਸਰੀਰ ਦੀ ਮਾਲਿਸ਼ ਕੀਤੀ। ਗਲਾ ਅਤੇ ਰਗਾਂ ਖੁਸ਼ਕ ਹੋਣ ਕਰਕੇ ਮਲੀਆਂ ਗਈਆਂ। ਸਿਰ ਵਿੱਚ ਘਿਓ ਚੱਸਿਆ ਤੇ ਕੁਝ ਦਿਨ ਨਰਮ ਖੁਰਾਕ ਦਵਾਈ ਉਪਰੰਤ ਅੰਨ ਛਕਣ ਲੱਗੇ। 6 ਮਹੀਨੇ ਦਾ ਸਿਮਰਨ। ਹੁਣ ਸ਼੍ਰੀ ਸੰਤ ਜੀ ਮਹਾਰਾਜ 2 ਮਹੀਨੇ ਬਾਹਰ ਰਹੇ। ਸਾਰਾ ਸਮਾਂ ਸਿਮਰਨ ਵਿੱਚ ਲੱਗੇ ਰਹਿੰਦੇ। ਫਿਰ ਧੀਰੇ ਧੀਰੇ ਖੁਰਾਕ ਘਟਾਉਣੀ ਆਰੰਭ ਕਰ ਦਿੱਤੀ ਅਤੇ ਇੱਕ ਦਿਨ ਕੁਝ ਵੀ ਨਹੀਂ ਛਕਿਆ ਤਾਂ ਮਾਈ ਭਾਗਪੁਰੀ ਨੂੰ ਸੁਭਾਵਕ ਪੁੱਛਿਆ, ਮਹਾਰਾਜ ਫਿਰ ਪਿਛਲੇ ਪੈਸੋ? ਸ਼੍ਰੀ ਸੰਤ ਜੀ ਮਹਾਰਾਜ ਨੇ ਮੁਸਕਰਾ ਕੇ ਫਰਮਾਇਆ, ਹਾਂ। ਮਾਈ ਨੇ ਅਧੀਨਗੀ ਨਾਲ ਪ੍ਰਾਰਥਨਾ ਕੀਤੀ, ਪਹਿਲੇ ਰੋਜ਼ਾਨਾ ਕੁਝ ਖਾਣ ਦਾ ਇਕਰਾਰ ਦਿਓ, ਵਰਨਾ ਅਸੀਂ ਦੋਨੋਂ ਜੀ ਮਰ ਜਾਵਾਂਗੇ। ਸ਼ਰਧਾ ਭਰੀ ਪ੍ਰਾਰਥਨਾ ਦੇ ਕਾਰਨ ਆਪ ਜੀ ਨੇ 1 ਪਾ ਦੁੱਧ, 1 ਗਲਾਸ ਸਰਦਾਈ ਤੇ 1 ਦਾਤਨ ਪਹੁੰਚਾਉਣ ਦੀ ਆਗਿਆ ਕੀਤੀ ਤੇ ਫਰਮਾਇਆ, 6 ਮਹੀਨੇ ਬੈਠਾਂਗੇ, ਉਦਾਸ ਨਹੀਂ ਹੋਣਾ, ਅਕਾਲ ਪੁਰਖ ਦਾ ਸਿਮਰਨ ਕਰਨਾ। ਸ਼੍ਰੀ ਸੰਤ ਜੀ ਮਹਾਰਾਜ ਨੇ ਕੁਟੀਆ ਦਾ ਕਮਰਾ ਬੰਦ ਕਰ ਲਿਆ ਤੇ ਦੰਪਤੀ ਸੁਬਾਹ ਸ਼ਾਮ ਨਿਯਤ ਹੋਈ ਸੇਵਾ ਕਰਦੇ ਰਹੇ। 6 ਮਹੀਨੇ ਹੋ ਜਾਣ ਤੇ ਦਰਵਾਜ਼ਾ ਖੁੱਲ੍ਹਿਆ ਤਾਂ ਪਹਿਲੀ ਵਿਧੀ ਅਨੁਸਾਰ ਸ਼੍ਰੀ ਸੰਤ ਜੀ ਮਹਾਰਾਜ ਦੀ ਸੇਵਾ ਕਰਕੇ ਕੁਟੀਆ ਤੋਂ ਬਾਹਰ ਲਿਆਂਦਾ ਗਿਆ। ਸਰੀਰ ਅਤੀ ਨਿਰਮਲ ਸੀ। ਮਾਲਿਸ਼ ਕਰਦੇ ਰਹੇ, ਨਰਮ ਖੁਰਾਕ ਦਿੰਦੇ ਰਹੇ। ਸਰੀਰ ਚੰਗਾ ਹੋ ਗਿਆ ਤਾਂ ਸ਼੍ਰੀ ਸੰਤ ਜੀ ਮਹਾਰਾਜ ਨੇ 4 ਮਹੀਨੇ ਬਾਹਰ ਲੰਘਾਏ। ਦਰਸ਼ਨ ਕਰਨ ਵਾਸਤੇ ਦੂਰ ਦੂਰ ਤੋਂ ਸੰਗਤ ਉਪਸਥਿਤ ਹੋਣ ਲੱਗੀ। ਆਪ ਜੀ ਇਸ ਸਮੇਂ ਫਿਰ ਖੁਰਾਕ ਘਟਾ ਰਹੇ ਸਨ। ਮਾਈ ਭਾਗਪੁਰੀ ਜੀ ਸਮਝ ਗਏ। ਭਾਈ ਵਜੀਦ ਸਿੰਘ ਸਮੇਤ ਦੋਨੋਂ ਆਪ ਜੀ ਦੇ ਚਰਨਾਂ ਉੱਤੇ ਡਿੱਗ ਪਏ ਅਤੇ ਬੇਨਤੀ ਕੀਤੀ, ਅਸੀਂ ਸਮਝ ਗਏ, ਫਿਰ ਛਿਲੇ ਬੈਸਣਾ ਹੈ, ਪ੍ਰਸ਼ਾਦ ਛਕਣਾ ਮੰਨੋ, ਵਰਨਾ ਅਸੀਂ ਵੀ ਅੰਨ ਅੰਗੀਕਾਰ ਨਹੀਂ ਕਰਨਾ। ਗੁਰਮੁਖ ਪਰਿਵਾਰ ਦੀ ਅਨੰਨਿਆ ਸ਼ਰਧਾ ਵੇਖ ਕੇ ਸ਼੍ਰੀ ਸੰਤ ਜੀ ਮਹਾਰਾਜ ਬੋਲੇ, ਅੰਮ੍ਰਿਤ ਵੇਲੇ ਦੁੱਧ, ਮੱਧਯਾਨ ਨੂੰ ਸਰਦਾਈ, ਰਾਤ ਨੂੰ 1 ਕੌਲੀ ਸਬਜ਼ੀ ਛਕਾਂਗੇ ਤੇ 1 ਦਾਤਨ। ਨਾਲ ਹੀ ਫਰਮਾਇਆ, ਡੋਲਣਾ ਨਹੀਂ, ਭਜਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਮਸਤੋਆਣਾ ਸਾਹਿਬ ਵਾਲੇ।